Dear students, today we start discussing the next topic of Herdmania, that is neural gland. In this figure, there are, you see, ਕੀ ਦੇਖ ਰਹੇ ਹੋ ਬੇਟਾ ਤੁਸੀਂ? ਨਿਊਰਲ ਗਲੈਂਡ, ਨਰਵ ਗੈਂਗਲੀਓਨ ਤੇ ਡੋਰਸਲ ਟੂਬਰਕਲ। ਇਹਨਾਂ ਤਿੰਨਾਂ ਨੂੰ ਵੀ ਅਸੀਂ ਆਪਾਂ ਜਿਹੜਾ ਹੈ ਇੱਕ ਹੋਰ ਆਰਗਨ ਪੜ੍ਹਨਾ, ਕੋਲੈਕਟਿਵਲੀ ਅਸੀਂ ਇਸ ਨੂੰ ਨਿਊਰਲ ਕੰਪਲੈਕਸ ਕਹਿੰਦੇ ਹਾਂ। ਠੀਕ ਹੈ। ਨਾਓ ਆਈ ਸਟਾਰਟ ਵਿਦ ਦੈਟ ਕਿ ਡੋਰਸਲ ਟੂਬਰਕਲ ਦਾ ਸਟਰਕਚਰ ਆਪਾਂ ਕੱਲ੍ਹ ਵੀ ਕੀਤਾ ਸੀਗਾ। ਨਾਓ ਨਿਊਰਲ ਗਲੈਂਡ ਕੀ ਹੈ? ਨਿਊਰਲ ਗਲੈਂਡ ਇਜ਼ ਅ ਗਲੈਂਡ which is abandoned in the mantle of intersiphonal region just above the nerve ganglion. It is like the ganglion arise from the neural tube. Neural gland has a few central tubules. ਆਪਾਂ ਇਸ ਨੂੰ ਨੈਕਸਟ ਫਿਗਰ 'ਚ ਵੀ ਦੇਖਦੇ ਹਾਂ। ਪਹਿਲਾਂ ਤੁਸੀਂ ਡਾਇਗਰਾਮ ਚੰਗੀ ਤਰ੍ਹਾਂ ਦੇਖੋ। ਜੇ ਇਹਦੀ ਪੋਜੀਸ਼ਨ ਕਰ ਰਹੇ ਤਾਂ ਨਰਵ ਗੈਂਗਲੀਓਨ ਦੇ ਇੰਟਾਇਰਲੀ ਉੱਪਰ ਹੈ। ਐਂਡ ਦੈਨ ਜਦੋਂ ਆਪਾਂ ਇਸ ਦੀ ਇੰਟਰਨਲ ਸਟਰਕਚਰ ਸਟੱਡੀ ਕਰਦੇ ਹਾਂ, ਦੈਨ ਯੂ ਕੈਨ ਸੀ ਦੈਟ ਇਨ ਦਿਸ ਫਿਗਰ। ਸੋ ਜਿਹੜੇ ਬਲੈਕਿਸ਼ ਪੋਰਸ਼ਨ ਆਪਾਂ ਦੇਖ ਰਹੇ ਹਾਂ, ਇਹ ਨਿਊਰਲ ਗਲੈਂਡ ਹੈ। ਐਂਡ ਦਿਸ ਨਿਊਰਲ ਗਲੈਂਡ ਦੇਖੋ ਕਿ ਉਹਦੀ ਕੀ ਹੈ, ਸੈਂਟਰਲੀ ਜਿਹੜੀ ਹੈ ਦੇਅਰ ਇਜ਼ ਜੇ ਆਪਾਂ ਸਟਰਕਚਰ ਕਰ ਰਹੇ, ਬ੍ਰਾਂਚਿਸ ਨੇ, ਪਰੀਫਰੀ ਟਿਬਿਊਲਸ ਨੇ। ਐਂਡ ਦੈਨ ਦੀਸ ਪਰੀਫਰੀ ਟਿਬਿਊਲਸ ਜਿਹੜੇ ਨੇ ਉਹ ਓਪਨ ਕਰਦੇ ਨੇ ਇਨਟੂ ਦਾ ਸੈਂਟਰ ਦੇ ਵਿੱਚ, ਸੈਂਟਰ ਐਕਸਿਸ, and then into the duct of the neural gland. And this duct of neural gland at the interior end ਜਿਹੜਾ ਹੈ it open passes between the two anterior nerves and open into the peribranchial zone of the pharynx by ਦੇਖੋ ਇਹ ਜਿਹੜਾ ਰੀਜਨ ਦਿਖਾ ਰਹੇ ਹਾਂ, this is showing you a structurally ਤੁਸੀਂ ਬਿਲਕੁਲ ਕਲੀਅਰ ਦੇਖ ਰਹੇ ਹੋ ਕਿ ਲਾਈਕ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਦਿਸ ਸਟਰਕਚਰਲੀ ਦਿਸ ਆਰਗਨਿਜ਼ਮ ਦੈਟ ਇਜ਼ ਹੈਵਿੰਗ ਅ ਮੇਨ ਪਾਰਟ ਜਿਹੜਾ ਬੇਟਾ ਇਸਦਾ ਇਹ ਹੈ ਕਿ ਇਸ ਆਰਗਨਿਜ਼ਮ ਦੇ ਵਿੱਚ ਜਿਹੜੀ ਹੈ ਮੇਨ ਸਟਰਕਚਰ ਦੇ ਅਕੋਰਡਿੰਗਲੀ ਕਿ ਦੈਟ ਇਜ਼ ਸਿੰਪਲੀ ਇਹ ਆਰਗਨ ਜਿਹੜਾ ਹੈ ਉਸਨੂੰ ਅਸੀਂ ਸਪੈਸੀਫਾਈ ਕਰਨ ਲੱਗੇ ਹਾਂ। ਦੇਖੋ ਇਸ ਆਰਗਨ ਦੇ ਅਕੋਰਡਿੰਗਲੀ ਇਹ ਜਿਹੜਾ ਹੈ ਦਿਸ ਸਟਰਕਚਰ ਵਿਚ ਇਜ਼ ਵੀ ਸੈਡ ਦੈਟ ਇਜ਼ ਅ ਨਿਊਰਲ ਗਲੈਂਡ। ਸੋ ਨਿਊਰਲ ਗਲੈਂਡ ਜਿਹੜੀ ਹੈ ਉਸਨੂੰ ਧਿਆਨ ਨਾਲ ਦੇਖੋ ਕਿ ਸਟਰਕਚਰਲੀ ਕਿਵੇਂ ਬਣਿਆ ਹੋਇਆ ਕਿ ਇਹ ਕੀ ਹੈ, ਪਹਿਲਾਂ ਫਾਈਨ ਟਿਬਿਊਲਸ ਨੇ ਐਂਡ ਫਾਈਨ ਟਿਬਿਊਲਸ ਜਿਹੜੀਆਂ ਨੇ ਦੈਨ ਇਟ ਇਜ਼ ਐਂਟਰ ਇਨਟੂ ਦਿਸ ਮੇਨ ਗਲੈਂਡ ਐਂਡ ਇਹ ਇੱਕ ਚੈਨਲ ਬਣਾ ਲੈਂਦੀ ਹੈ ਐਂਡ ਦੈਟ ਚੈਨਲ ਸਟਾਰਟ ਮੂਵਿੰਗ ਡਾਊਨਵਰਡਲੀ ਲਾਈਕ ਦਿਸ ਐਂਡ ਇਟ ਇਜ਼ ਕਾਲਡ ਐਜ਼ ਅ ਡਕਟ ਆਫ ਨਿਊਰਲ ਗਲੈਂਡ ਵਿਚ ਓਪਨ ਇਨਟੂ ਦਾ ਰੀਜਨ ਵੀ ਕੈਨ ਸੇ। ਧਿਆਨ ਨਾਲ ਦੇਖੋ ਕਿ ਕਿਹੜੇ ਰੀਜਨ, ਦਿਸ ਪੋਰਸ਼ਨ ਨੀਅਰ ਦਾ ਬੇਸ ਆਫ ਦਾ ਡੋਰਸਲ ਟੂਬਰਕਲ। ਜੇ ਬੇਟਾ ਆਪਾਂ ਇਹਨਾਂ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਇਹ ਫਨਲ ਸ਼ੇਪ ਥੱਲਿਓਂ ਪਾਸੇ ਟੂਬਰਕਲ ਦੇ ਵਿੱਚ ਓਪਨ ਕਰਦਾ ਐਂਡ ਦੇਅਰ ਸੀਲੀਆ ਲਾਈਨਿੰਗ ਦਾ ਫਨਲ ਜਿਹੜੀ ਹੈ ਇਜ਼ ਅਬਾਊਟ ਡਬਲ ਦਾ ਲੈਂਥ ਆਫ ਦੇਅਰ ਓਰੀਜਨਲ। ਸੋ ਜਿਹੜੀ ਆਪਾਂ ਇਹਦੀ ਸਟਰਕਚਰਾਈਜੇਸ਼ਨ ਦੇਖ ਰਹੇ ਹਾਂ ਕਿ ਉਹ ਆਪਣੀ ਕੀ ਹੈ, ਡਬਲ ਹੈ ਉਸ ਦੀ ਲੈਂਥ ਨਾਲੋਂ। ਐਂਡ ਦੈਨ ਆਈ ਐਮ ਸ਼ੋਇੰਗ ਯੂ ਦਿਸ। ਦੇਖੋ ਸੋ ਜਿੰਨਾ ਵੀ ਸਾਈਜ਼ ਹੈ ਉਸ ਦਾ ਕਲਿਊਮਨਰ ਐਪੀਥੀਲੀਅਲ ਸੈਲਸ ਹੈ ਉਹਦੀ ਜਿਹੜੀ ਲੈਂਥ ਹੈ ਸੀਲੀਆ ਦੀ ਉਹ ਡਬਲ ਹੈ। And the cilia lining the funnel is double the length of the cell that bears them, and the tubes and the canal are lined with a small rounded non-ciliated cell. ठीक है, दोनों फिगर्स दिखा रहे हैं, एक ਜਿਹੜੀ ਹੈ ਫਨਲ ਦੇ ਵਿੱਚ ciliated cell ਨੇ ਤੇ ਦੂਸਰਾ ਕੀ ਹੈ non-ciliated cells ਨੇ। and these non-ciliated epithelial cells they are abandoned in the connective tissue having a blood synthesis. So cilia of the funnel create a ਇਨ ਕਰੰਟ ਆਫ ਵਾਟਰ। ਹੁਣ ਜਿਹੜੀ ਆਪਾਂ ਇਹ ਗੱਲ ਕਰ ਰਹੇ ਸੀ ਤਾਂ ਧਿਆਨ ਨਾਲ ਮੇਨ ਕੰਮ ਕੀ ਹੈ ਕਿ ਵਾਟਰ ਕਰੰਟ ਸੈਟਅਪ ਹੋਣਾ ਜਦੋਂ ਵੀ ਉਹਨੇ ਮੂਵਮੈਂਟ ਕਰਨੀ ਲਾਈਕ ਦਿਸ। ਸੋ ਦਿਸ ਵਾਟਰ ਕਰੰਟ ਜਦੋਂ ਸੈਟਅਪ ਹੁੰਦਾ ਡੋਰਸਲ ਟੂਬਰਕਲਸ ਤੋਂ, ਸੋ ਜਿਹੜੀ ਸੀਲੀਆ ਨੇ ਦੇ ਆਰ ਅਕ੍ਰੋਸ ਦਾ ਵਾਲ ਆਫ ਦਾ ਬ੍ਰੈਂਕੀਅਲ ਬਲੱਡ ਵੈਸਲਸ। ਦਾ ਸੀਲੀਆ ਔਨ ਦਾ ਡੋਰਸਲ ਟੂਬਰਕਲ ਪ੍ਰੀਵੈਂਟ ਲਾਰਜ ਪਾਰਟੀਕਲਸ ਸਚ ਐਜ਼ ਸੈਂਡ ਗ੍ਰੇਨਸ from entering the gland duct, whereas the phagocytic lining of gland remove bacteria and other small particles. So the neural gland and the dorsal tubercles serve to restore and maintain the fluid volume of the blood. Certain bit histologist ਇਹ ਵੀ ਕਹਿੰਦੇ ਆ ਕਿ this neural gland
ਨੂੰ ਉਹ ਇਕੁਅਲੈਂਟ ਜਿਹੜਾ ਹੋਮੋਲੋਗਸ ਵਿਦ ਦੈਟ ਆਫ ਦਾ ਪਿਚਰੀ ਗਲੈਂਡ ਦੇ ਇਕੁਅਲ ਕਰਦੇ ਆ। ਨਾਓ ਜਿਹੜੀ ਆਪਾਂ ਇਹ ਗੱਲ ਕਰ ਰਹੇ ਸੀ ਇਹ ਤਾਂ ਹੈ ਤੁਹਾਡਾ ਸਟਰਕਚਰ ਆਫ ਨਿਊਰਲ ਗਲੈਂਡ। ਤੁਹਾਨੂੰ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਐਕਸਪਲੇਨ ਨਿਊਰਲ ਕੰਪਲੈਕਸ। ਜਦੋਂ ਤੁਸੀਂ ਨਿਊਰਲ ਕੰਪਲੈਕਸ ਨੂੰ ਐਕਸਪਲੇਨ ਕਰਨਾ ਹੈ ਦੈਨ ਯੂ ਹੈਵ ਟੂ explain the structure of nerve ganglion, ठीक है, neural gland and dorsal tubercle. Together these three things ਜਿਹੜੀਆਂ ਨੇ we name these three things, all these three things, this that is a neural gland, this nerve ganglion and this dorsal tubercle, they all three are said to be a collectively called as a neural complex. ਸੋ ਨਿਊਰਲ ਕੰਪਲੈਕਸ ਜਿਹੜਾ ਹੈ ਇਹ ਜਿਹੜੇ ਹੈ ਇਸਨੂੰ ਸੈਪਰੇਟਲੀ ਡਿਸਕਸ ਕਰਨ ਦੀ ਲੋੜ ਨਹੀਂ ਹੈ ਬਿਕੋਜ਼ ਵੀ ਆਲਰੇਡੀ ਡਿਡ ਦੈਟ। ਨਾਓ ਇਸ ਤੋਂ ਨਾਲ ਹੀ ਮੈਂ ਨੈਕਸਟ ਜਿਹੜਾ ਹੈ ਟੋਪਿਕ ਸ਼ੁਰੂ ਕਰਦੀ ਹਾਂ ਦੈਟ ਇਜ਼ ਨੇਮ ਐਜ਼ ਅ ਰੀਪਰੋਡਕਟਿਵ ਸਿਸਟਮ ਆਫ ਹਰਡਮੀਨੀਆ। ਨਾਓ ਜਦੋਂ ਆਪਾਂ ਰੀਪਰੋਡਕਟਿਵ ਸਿਸਟਮ ਦੀ ਬੇਟਾ ਗੱਲ ਕਰਦੇ ਹਾਂ ਦਿਸ ਰੀਪਰੋਡਕਟਿਵ ਸਿਸਟਮ ਆਫ ਹਰਡਮੀਨੀਆ that is herdmania is hermaphrodite. Self fertilization is prevented by ovaries are mature earlier than the testes. So that means if ovary ripens early, ਜਦੋਂ ਕਿ ਅਜੇ ਯੰਗ ਵਨ ਜਿਹੜਾ ਹੈ ਉਹ ਸਟਿਲ ਯੰਗ ਹੁੰਦਾ ਹੈ ਹਰਡਮੀਨੀਆ ਤਾਂ ਉਹ ਦੈਟ ਇਜ਼ ਜਦੋਂ ਓਵਰੀਜ਼ ਪਹਿਲਾਂ ਰਾਈਪ ਕਰ ਜਾਂਦੀਆਂ ਵੀ ਨੇਮ ਦੈਟ ਇਜ਼ ਕਾਲਡ ਐਜ਼ ਅ ਪ੍ਰੋਟੋਗਾਈਨੀ। ਇਸ ਕਰਕੇ ਕ੍ਰਾਸ ਫਰਟੀਲਾਈਜੇਸ਼ਨ ਹੁੰਦੀ ਹੈ ਐਂਡ ਕ੍ਰਾਸ ਫਰਟੀਲਾਈਜੇਸ਼ਨ ਦੇ ਇਨਕਰੀਜ਼ ਦਾ ਰੇਟ ਆਫ ਰੀਪਰੋਡਕਸ਼ਨ ਐਜ਼ ਆਲ ਦਾ ਇੰਡੀਵਿਜੂਅਲ ਆਰ ਕੇਪੇਬਲ ਆਫ ਐਗ ਲੇਇੰਗ ਐਂਡ ਵੇਅਰ ਐਜ਼ ਇਨ ਯੂਨੀਸੈਕਸ਼ੂਅਲ ਇੰਡੀਵਿਜੂਅਲ ਓਨਲੀ ਫੀਮੇਲ ਕੈਨ ਲੇ ਦਾ ਐਗ ਦੈਟ ਮੀਨਸ 50% ਜਿਹੜਾ ਚਾਂਸ ਆ ਉਹ ਵੱਧ ਗਿਆ। ਸੋ ਨਾਓ ਆਪਾਂ ਹੁਣ ਸਟਰਕਚਰ ਸਟੱਡੀ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਹੈ ਕਿ ਜਦੋਂ ਆਪਾਂ ਰੀਪਰੋਡਕਟਿਵ ਸਿਸਟਮ ਕਰਦੇ ਹਾਂ ਤਾਂ ਆਪਾਂ ਨੂੰ ਗੋਨਾਡਸ ਦਾ ਸਟਰਕਚਰ ਸਟੱਡੀ ਕਰਨਾ। ਹਰਡਮੀਨੀਆ ਪੋਜੈਸਿਸ ਅ ਪੇਅਰ ਆਫ ਗੋਨਾਡਸ, ਠੀਕ ਹੈ, and then the later are elongated lobules organ, lobulated है and gradually tapers toward the atrial end. Left gonad lie in the intestinal loop. ये remember रखना है, कभी भी भूलना नहीं है कि left किथे हुंदा है, intestinal loop च हुंदा है and right is above the pericardium. The gonads are abandoned in mental, lie between the connective tissue and inner epidermis. किथे बेटा that is gonad is abandoned in the menton and lie between the connective tissue and inner epidermis, ठीक है। they however cause a bulge into the peribranchial cavity. जे each gonad देखते हैं consist of देखो ये जेडे small है structurization ਦੇ accordingly, so that is मैं ਆਪਾਂ ਫਿਰ ਗੱਲ ਕਰ ਰਹੇ ਹਾਂ ਕਿ ਦਿਸ ਸਟਰਕਚਰਾਈਜੇਸ਼ਨ ਦੇ ਅਕੋਰਡਿੰਗਲੀ that is a near about this all together is called as lobules, gonads, which is 10 to 20 distinct lobe arranged in 2 rows with a median very large so median very large gonad that is a kidney shape, ठीक है। सो दैट इज़ अ वेरी लार्ज गोनाड इज़ प्रेजेंट एंड जे ਆਪਾਂ ਦੇਖਿਆ ਜਾਵੇ अदर आर ओवड और राउंडेड एंड हौली हौली कि जो पिछले साल बिकम टूवर्ड स्मॉलर एट देयर डिस्टल एंड। ਹੁਣ ਆਪਾਂ ਕਰਨ ਲੱਗੇ ਹਾਂ ਕਿ ਈਚ ਹੁਣ ਦੇਖੋ ਜਿਹੜੀ ਇਹ ਫਿਗਰ ਹੈ ਬੇਟਾ ਇਸ ਨੂੰ ਧਿਆਨ ਨਾਲ ਦੇਖੋ। ਇਸ ਦੇ ਵਿੱਚ ਮੈਂ ਦੋ ਤਰ੍ਹਾਂ ਦੀ ਕਲਰਿੰਗ ਕੀਤੀ ਹੈ ਕਿ ਬੇਸ ਦੇ ਉੱਤੇ ਥੋੜਾ ਜਿਹਾ ਪਿੰਕ ਕਲਰ ਹੈ ਐਂਡ ਇੰਟੀਰੀਅਰ ਸਾਈਡਸ ਦੇ ਉੱਤੇ ਜਿਹੜਾ ਹੈ ਉਹ ਔਰੇਂਜ ਕਲਰ ਐਂਡ ਔਰੇਂਜ ਕਲਰ ਤੋਂ ਹੀ ਜਿਹੜੀਆਂ ਡਕਟਸ ਨਿਕਲ ਰਹੀਆਂ ਨੇ ਉਹਨਾਂ ਨੂੰ ਔਰੇਂਜ ਕਲਰ ਦੇ ਨਾਲ ਜੋੜਿਆ ਹੋਇਆ, ਥੱਲੇ ਪਿੰਕ ਦੇ ਨਾਲ ਪਿੰਕ ਡਕਟ ਹੈ, ਠੀਕ ਹੈ। ਸੋ ਇਹ ਦੋਨੋਂ ਮੇਲ ਅਤੇ ਫੀਮੇਲ ਪਾਰਟਸ ਨੂੰ ਰਿਪਰੈਜ਼ੈਂਟ ਕਰ ਰਹੇ ਆ। ਜਿਹੜਾ ਲੋਬਿਊਲ ਹੈ ਉਹ ਇਟਸੈਲਫ ਇਜ਼ ਬਾਇਸੈਕਸ਼ੂਅਲ, ਠੀਕ ਹੈ। ਸੋ ਉਹਦੇ ਵਿੱਚ ਕੀ ਹੈ ਦੈਟ ਇਜ਼ ਬੋਥ ਦਾ ਸੈਕਸਿਸ ਆਰ ਕੰਸਿਸਟ ਟੂ ਪਾਰਟਸ, ਆਊਟਰ ਲਾਰਜ ਬ੍ਰਿਕ ਰੈਡ ਕਲਰ ਟੈਸਟਿਕੂਲਰ ਪਾਰਟ with the papillae surface है and those of the inner pinkish ovarian part with the lobulated surface. Testicular तो ये part contain numerous spermatical ducts, ठीक है। So here the spermatical ducts are there, so इथे rise हो रही like here and these spermatical ducts ਜਿਹੜੀ ਆ ਉਹ ਆਪਾਂ ਉਸ ਨੂੰ ਕਹਿ ਸਕਦੇ ਹਾਂ ਕਿ
that was a cecum, that is a wall of the spermatic cecum. एंड उन्होंने की प्रोड्यूस करना है, दैट इज़ अपर पोर्शन ने की है स्पर्मेटोगोनिया विद लार्ज न्यूक्लियस एंड इरेगुलरली spermatocyte and give rise to sperm. So ripe sperm, they become free in a lumen of the cecum, this is called cecum, and then the ovarian part contain rounded ova at various stages. ਹੁਣ ਹੁੰਦਾ ਕੀ ਹੈ ਕਿ from the testicular part a small tube called sperm ductule this arise, lead from the testicular part to each lobe as a vase difference, ठीक है, and then it is unite from the other side, so that is sperm ductule to forming a sperm duct, ठीक है. So now it is a forming a sperm duct, and sperm duct ਜਿਹੜੀ ਆ open by a spermidactyl aperture at the tip of the, we can say oviduct roller near to the atrial chamber, ठीक है. ਨਾ ਫਿਰ ਵੀ ਇਸੇ ਤਰੀਕੇ ਨਾਲ ਓਵਰੀਜ਼ ਤੋਂ ਜਿਹੜੀ ਅਰਾਈਜ਼ ਹੋ ਰਹੀ ਹੈ ਓਵੇਰੀਅਨ ਪਾਰਟ ਤੋਂ, ਸੋ ਓਵੇਰੀਅਨ ਡਕਟਿਊਜ਼, ਐਂਡ ਓਵੇਰੀਅਨ ਡਕਟਿਊਜ਼ ਵਿੱਚ ਨੀਚੇ ਵਾਲੀ ਪਿੰਕ ਜਿਹੜੀ ਹੈ ਪਾਰਟਸ, ਐਂਡ ਦੈਟ ਇਜ਼ ਅ ਫਾਰਮਿੰਗ ਅ ਸਿੰਪਲ ਕॉर्ड ਐਜ਼ ਓਵੇਰੀਅਨ ਡਕਟ, ਠੀਕ ਹੈ. ਸੋ ਦੈਟ ਇਜ਼ ਅ ਸਟਰਕਚਰਾਈਜੇਸ਼ਨ ਇਜ਼ ਦੇਅਰ. ਨਾਓ ਸਿਮਿਲਰਲੀ ਆਪਾਂ ਦਾ ਗੋਨੋਡਕਟਸ ਆਫ ਬੋਥ ਰਾਈਟ ਐਂਡ ਲੈਫਟ side extend beyond the gonads and open independently into the cloaca a little behind the anus. The oviductal aperture is bounded by 4 thick lips and a little ahead of the opening or the vas deferens, which lies on the small thick wall. Wall of the vas deferens is very thin, ਜਿਹੜੀ ਆਪਾਂ ਜਿਸ ਨੂੰ ਆਪਾਂ ਬੇਟਾ ਇੱਥੇ ਅਪਰਚਰ ਕਿਹਾ ਹੋਇਆ ਨਾ ਸਪਰਮੇਡਕਟਲ ਅਪਰਚਰ, ਉਸ ਦੀ ਗੱਲ ਹੀ ਕਰ ਰਹੇ ਹਾਂ, and being composed of basement membrane and single layer of ciliated cell. ਸੋ ਇਸ ਤਰੀਕੇ ਨਾਲ ਦੋਨੋਂ ਜਿਹੜੇ ਹੈ ਉਹ ਕਿਤੇ ਕਲੋਇਕਲ ਅਪਰਚਰ 'ਚ ਓਪਨ ਕਰਦੇ ਆ, ਐਂਡ ਦੈਨ ਕਲੋਇਕਾ ਤੋਂ ਆਊਟ ਗੋਇੰਗ ਕਰੰਗ ਜਿਹੜਾ ਜਾ ਰਿਹਾ ਫਰੋਮ ਦਾ ਏਟਰੀਅਲ ਅਪਰਚਰ, ਉਹਨਾਂ 'ਚੋਂ ਇਹ ਐਲੀਮੀਨੇਟ ਹੋਣਗੇ. ਹੁਣ ਇਹ ਹੈ ਓਵਰਆਲ ਜਿਹੜਾ ਸਟਰਕਚਰ ਆਫ ਦਾ ਰੀਪਰੋਡਕਟਿਵ ਸਿਸਟਮ. ਸੋ ਗੋਨਾਡਸ ਜਿਹੜੇ ਨੇ ਸਪਰਮਸ ਅਤੇ ਓਵਮ ਜਿਹੜੇ ਪ੍ਰੋਡਿਊਸ ਹੋ ਰਹੇ ਨੇ, ਸਪਰਮ ਜਿਹੜਾ ਉਹ ਵੈਰੀ ਮਾਈਨਿਊਟ ਹੁੰਦਾ, ਜਸਟ 4 to μ ਮਾਈਕਰੋਨ ਲੌਂਗ ਐਂਡ ਕੰਸਿਸਟ ਆਫ ਬੀਕ ਲਾਈਕ ਹੈਡ, ਜਿਹਦੇ ਵਿੱਚ ਐਕਰੋਜ਼ੋਮ ਅਤੇ ਨਿਊਕਲੀਅਸ, ਮਿਡਲ ਸ਼ਾਰਟ ਪੀਸ ਐਂਡ ਆਰ ਲੌਂਗ ਟੇਲ. ਪਰ ਇਹਦੇ ਵਿੱਚ ਇੱਕ ਕਰੈਕਟਰਿਸਟਿਕ ਫੀਚਰ ਹੈ ਬੇਟਾ, ਧਿਆਨ ਨਾਲ ਮੇਰੀ ਇਹ ਗੱਲ ਧਿਆਨ ਨਾਲ ਸੁਣਨੀ ਹੈ ਤੁਸੀਂ ਸਾਰਿਆਂ ਨੇ. ਦ ਸਪਰਮਸ ਸ਼ੋ ਪੋਲੀਮੋਰਫਿਜ਼ਮ, ਦੈਟ ਮੀਨਸ ਦੇਰ ਆਰ 3 ਟਾਈਪਸ ਆਫ ਸਪਰਮਸ. ਇੱਕ ਦੇ ਵਿੱਚ ਕੀ ਹੈ ਵਿਦ ਐਕਰੋਜ਼ੋਮ ਜਿਹੜਾ ਹੈ ਐਂਡ ਅ ਮਿਡਲ ਪੀਸ ਆਫ ਅਪਰੋਕਸੀਮੇਟਲੀ ਸੇਮ ਲੈਂਥ. ਦੂਸਰੇ ਵਿੱਚ ਵਿਦ ਐਕਰੋਜ਼ੋਮ ਮਚ ਲੌਂਗਰ ਦੈਨ ਦਾ ਮਿਡਲ ਪੀਸ ਐਂਡ ਵਿਦ ਐਕਰੋਜ਼ੋਮ ਮਚ ਸ਼ਾਰਟਰ ਦੈਨ ਦਾ ਮਿਡਲ ਪੀਸ. ਮੈਂ ਬੇਟਾ ਇਹ ਜਿਹੜਾ ਬੋਲ ਰਹੀ ਹਾਂ ਇਹਦਾ ਮੈਂ ਤੁਹਾਨੂੰ ਡਾਇਗਰਾਮ ਜਿਹੜਾ ਹੈ ਨਾਲ ਦੀ ਨਾਲ ਹੀ ਸੈਂਡ ਕਰ ਦਾਂਗੀ, ਠੀਕ ਹੈ. ਸੋ ਇਸ ਕਰਕੇ ਮੈਂ ਇੱਥੇ ਡਾਇਗਰਾਮ ਨਹੀਂ ਹੀ ਲੇਬਲ ਕੀਤਾ. ਦੈਨ ਓਵਮ ਜਿਹੜਾ ਹੈ that was about 0.30 mm in diameter. It contain a small amount of yellowish yolk distributed uniformly in the ooplasm. ਆਪਾਂ ਇਹ ਕਹਿ ਸਕਦੇ ਬਿਕੋਜ਼ ਥੋੜ੍ਹਾ ਜਿਹਾ ਯੋਕ ਹੈ ਇਸ ਕਰਕੇ ਮਾਈਕਰੋਲੈਸਥਲ ਹੈ, ਅਤੇ ਦੂਜਾ ਕਿ ਟੋਟਲੀ ਯੂਨੀਫਾਰਮਲੀ ਡਿਸਟਰੀਬਿਊਟਿਡ ਹੈ, ਵੀ ਨੇਮ ਐਜ਼ ਅ ਹੋਮੋਲੈਸਿਥਲ. ਇਟ ਹੈਜ਼ ਅ ਲਾਰਜ ਸੈਂਟਰਲ ਨਿਊਕਲੀਅਸ ਐਂਡ ਲਾਰਜ ਐਕਸੈਂਟ੍ਰਿਕ ਨਿਊਕਲੀਓਲਸ, and it is closely invested by a membrane, thin membrane called as vitelline membrane, that is later secreted by the ovum itself. ਜਿਹੜੀ ovum ਆਪਣੇ ਆਪ secrete ਕਰਦੀ ਹੈ, that membrane is called as a primary membrane. ਇਹ ਆਪਾਂ ਜਿਹੜਾ ਅਗਲੇ ਸਾਲ ਡਿਵੈਲਪਮੈਂਟਲ ਬਾਇਓਲੋਜੀ ਪੜ੍ਹਾਂਗੇ BSc 3rd ਦੇ ਵਿੱਚ, ਉਹਦੇ ਵਿੱਚ ਇਹ ਤੁਹਾਡਾ ਆਏਗਾ. outside the vitelline membrane there are 2 secondary membranes, that is called inner chorion and thick outer chorion. Means one thin inner chorion, दूजी thick outer chorion है, and between them that is vitelline membrane, inner chorion containing a space called as a perivitelline space, having a fluid called as a perivitelline fluid, having a inner follicle cells are present. ठीक है. सो बाहरले साइड ਤੇ ਸਾਨੂੰ ਆਊਟਰ ਫੋਲੀਕਲ ਸੈੱਲ ਵੀ ਆਉਂਦੇ ਨਜ਼ਰ ਆਉਂਦੇ ਆ. ਇਹ ਹੈ ਆਲ ਟੂਗੈਦਰ ਅਬਾਊਟ ਦਾ ਰੀਪਰੋਡਕਟਿਵ ਸਿਸਟਮ. ਡਿਵੈਲਪਮੈਂਟ ਆਫ ਹਰਮੀਨੀਆ ਜਿਹੜੀ ਹੈ ਬੇਟਾ ਉਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਸੋ ਇਸ ਕਰਕੇ ਆਪਾਂ ਇੰਨਾ ਹੀ ਕਰਨਾ ਹੈ. ਜਿਹੜਾ ਸਪਰਮ ਅਤੇ ਓਵਮ ਦਾ ਸਟਰਕਚਰ ਵੀ ਆਪਾਂ ਡਿਸਕਸ ਕੀਤਾ, ਦੈਟ ਇਜ਼ ਆਲਸੋ ਨਾਟ ਵੈਰੀ ਇੰਪੋਰਟੈਂਟ, ਬਟ ਕਈ ਵਾਰ ਛੋਟੇ ਕੁਐਸਚਨ 'ਚ ਆ ਸਕਦਾ. ਸੋ ਗੋ ਥਰੂ ਵਿਦ ਦੈਟ. ਜੇ ਕੁਛ ਨਹੀਂ ਸਮਝ ਆਉਂਦੀ ਤਾਂ ਮੈਨੂੰ ਤੁਸੀਂ ਇਸ ਬਾਰੇ